Hello dosto, welcome to Siddhi Punjab. So today we are going to discuss the current affairs from your 12th December to 19th December. कुछ I have been busy for these weeks इसीलिए मैं continuous ਜਿਹੜੇ ਹੈ current affairs ਤੁਹਾਡੇ ਨਾਲ नहीं share कर पाई. So today I'll be completely covering all the current affairs from 12th December. You need not worry, ਸਾਰੇ important current affairs ਅੱਜ discuss ਹੋ ਜਾਣਗੇ. ਠੀਕ ਹੈ ਜੀ, ਉਹ ਸ਼ੁਰੂ ਕਰਨ ਤੋਂ ਪਹਿਲਾਂ I would like to inform you about the various courses that we are running. ਕਰੰਟ ਅਫੇਅਰਸ ਦੀ ਤੁਹਾਡੀ ਕੰਪਾਈਲੇਸ਼ਨਸ ਬਿਲਕੁਲ ਤਿਆਰ ਹੋ ਰਹੀਆਂ ਹੈ। ਤੁਸੀਂ ਨਾਲ ਦੀ ਨਾਲ ਇਹਨਾਂ ਨੂੰ ਕੰਪਲੀਟ ਕਰ ਸਕਦੇ ਹੋ ਤਾਂ ਕਿ ਬਾਅਦ ਚ ਤੁਹਾਡਾ ਬੈਕਲੌਗ ਅਗਰ ਇੱਕਦਮ ਪੰਜਾਬ ਪੀਸੀਐਸ ਡਿਕਲੇਅਰ ਹੋ ਜਾਂਦਾ ਤਾਂ ਉਹ ਨਾ ਕ੍ਰੀਏਟ ਹੋਵੇ। ਤਾਂ ਇਸ ਚ ਵੱਡੇ ਛੋਟੇ ਟੌਪਿਕਸ ਜਿਹੜੇ ਹੈ ਪਹਿਲਾਂ ਤੋਂ ਕਵਰ ਕਰਕੇ ਰੱਖੋ, ਸਪੈਸ਼ਲੀ ਜਿਹੜੇ ਹੈਵੀ ਟੌਪਿਕਸ ਹੁੰਦੇ ਆ ਜਿਨ੍ਹਾਂ ਨੂੰ ਟਾਈਮ ਲੱਗਦਾ ਹੈ ਕਰਨ ਚ। ਤਾਂ ਇਹ ਕਰੰਟ ਅਫੇਅਰਸ ਦੀ ਕੰਪਾਈਲੇਸ਼ਨਸ ਨੂੰ ਪ੍ਰੋਪਰਲੀ ਯੂਜ਼ ਕਰੋ, ਸਾਡੀ ਵੈਬਸਾਈਟ ਤੇ ਤੁਹਾਨੂੰ ਇਹ ਮਿਲ ਜਾਣਗੀਆਂ। ਦੈਨ ਪੰਜਾਬ ਪੀਸੀਐਸ ਲਈ ਸਪੈਸੀਫਿਕ ਟੈਸਟ ਸੀਰੀਜ਼ ਹੈ ਜਿਹੜੀ ਕਿ 4 ਮਹੀਨਿਆਂ ਦੀ ਟੈਸਟ ਸੀਰੀਜ਼ ਹੈ। ਤੋ ਇਸੀलिए ਅਗੇਨ ਯੂ ਕੈਨ ਯੂਜ਼ ਦਿਸ ਟੂ prune your preparation। ਤੁਸੀਂ ਦੇਖਣਾ ਹੈ ਕਿ ਤੁਸੀਂ ਇੰਨਾ ਕੁਝ ਪੜ੍ਹ ਤਾਂ ਰਹੇ ਹੋ ਬਟ ਉਹ ਦਿਮਾਗ 'ਚ ਜਾ ਰਿਹਾ ਹੈ ਕਿ ਨਹੀਂ। then tests are one best way to keep yourself scheduled firstly and to analyze your performance, your preparation levels। ठीक है, so you can use this। then mentorship program ਅਗਰ ਤੁਸੀਂ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਹੋ ਤਾਂ ਬਹੁਤ ਸਾਰੇ ਇਸ਼ੂਜ਼ ਆਉਂਦੇ ਆ ਜਿਹੜੇ ਆਪਾਂ ਐਜ਼ ਅ ਸਟੂਡੈਂਟ ਨਹੀਂ ਸਮਝ ਪਾਉਂਦੇ। ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਵੇਂ ਟਾਈਮ ਟੇਬਲ ਬਣਾਈਏ, ਕਿਵੇਂ ਅਸੀਂ ਨੋਟਸ ਬਣਾਈਏ, ਕਿਵੇਂ ਅਸੀਂ ਕੰਟੀਨਿਊਸਲੀ ਰਿਵਾਈਜ਼ ਕਰੀਏ ਕਿ ਚੀਜ਼ਾਂ ਦਿਮਾਗ 'ਚ ਵੀ ਰਹਿਣ। ਅਸੀਂ ਪੜ੍ਹਦੇ ਤਾਂ ਰਹਿੰਦੇ ਹਾਂ ਬਟ ਮਹੀਨੇ ਬਾਅਦ ਅਗਰ ਆਪਾਂ ਉਹੀ ਚੀਜ਼ ਸੋਚਣੀ ਹੋਵੇ ਜੋ ਮਹੀਨਾ ਪਹਿਲਾਂ ਪੜ੍ਹੀ ਹੈ ਤਾਂ ਉਹ ਆਪਾਂ ਨੂੰ ਯਾਦ ਨਹੀਂ ਆਣੀ। ਠੀਕ ਹੈ, ਸੋ ਉਸ ਲਈ ਹੀ ਤੁਹਾਡੀ ਮਦਦ ਕਰਨ ਲਈ ਇਹ ਪ੍ਰੋਗਰਾਮ ਮੈਂਟਰਸ਼ਿਪ ਪ੍ਰੋਗਰਾਮ ਹੈ ਜਿਸ 'ਚ ਤੁਸੀਂ ਐਨੀ ਟਾਈਮ ਯੂ ਕੈਨ ਟਾਕ ਟੂ ਮੀ। ਤੁਸੀਂ ਕੋਈ ਵੀ ਇਸ਼ੂ ਫੇਸ ਕਰਦੇ ਹੋ ਜਸਟ ਮੈਸੇਜ ਮੀ, ਵੀ ਵਿਲ ਸ਼ਡਿਊਲ ਅ ਕਾਲ ਐਂਡ ਵੀ ਵਿਲ ਡਿਸਕਸ ਯੋਰ ਪ੍ਰੋਬਲਮਸ ਅਬਾਊਟ ਯੋਰ ਸਿਵਲ ਸਰਵਿਸਿਜ਼ ਪ੍ਰੈਪਰੇਸ਼ਨ। ਠੀਕ ਹੈ, ਇਹ ਬਹੁਤ ਹੀ ਹੈਲਪ ਕਰਨ ਵਾਲਾ ਹੈ ਤੁਹਾਨੂੰ ਪ੍ਰੋਗਰਾਮ ਇਨ ਮੇਕਿੰਗ ਸ਼ੋਰ ਕਿ ਤੁਸੀਂ ਸਹੀ ਰਾਹ ਤੇ ਹੋ। ਠੀਕ ਹੈ, ਪੜ੍ਹ ਤਾਂ ਰਹੇ ਹੋ, ਐਵੇਂ ਨਹੀਂ ਹੈ ਕਿ ਹਵਾ 'ਚ ਹੀ ਤੁਹਾਡੀ ਪੜ੍ਹਾਈ ਜਾ ਰਹੀ ਹੈ। ਇਟ ਇਜ਼ ਟੇਕਿੰਗ ਯੂ ਸਮਵੇਅਰ ਦੈਟ ਦਿਸ ਪ੍ਰੋਗਰਾਮ ਵਿਲ ਇਨਸ਼ੋਰ। ਰਾਈਟ, ਉਸ ਤੋਂ ਬਾਅਦ ਜਿਵੇਂ ਕਿ ਹਰਿਆਣਾ ਦਾ ਤੁਹਾਨੂੰ ਪਤਾ ਹੋਊਗਾ ਕਿ ਪ੍ਰੀਲਿਮਸ ਡਿਕਲੇਅਰ ਹੋ ਗਿਆ 11th ਫੈਬ ਨੂੰ। ਅਗਰ ਤੁਸੀਂ ਹਰਿਆਣਾ ਦੀ ਵੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਇਹ ਸ਼ਾਰਟ ਕੁਇਕ ਵੇ 'ਚ ਤੁਹਾਡਾ ਸਿਲੇਬਸ ਕੰਪਲੀਟ ਕਰਾਉਣ ਲਈ, ਤੁਹਾਨੂੰ ਰਿਵਾਈਜ਼ ਕਰਾਉਣ ਲਈ, ਕ੍ਰੈਮ ਕਰਾਉਣ ਲਈ, ਰੱਟੇ ਲਗਵਾਉਣ ਲਈ ਅਸੀਂ ਇਹ ਕ੍ਰੈਸ਼ ਕੋਰਸ ਲਾਂਚ ਕੀਤਾ ਹੈ ਜਿਸ 'ਚ ਤੁਹਾਨੂੰ ਸਾਰਾ ਸਿਲੇਬਸ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਵਿਦ ਦ ਟ੍ਰਿਕਸ ਐਂਡ ਨਿਮੋਨਿਕਸ ਤਾਂ ਕਿ ਤੁਸੀਂ ਪੇਪਰ 'ਚ ਅੱਛਾ ਪਰਫਾਰਮ ਕਰ ਸਕੋ। ਰਾਈਟ, all of this is available on our website siddhipunjab.com। ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਅਦਰਵਾਈਜ਼ ਜਸਟ ਮੈਸੇਜ ਅਸ ਔਨ ਦਿਸ ਨੰਬਰ 8837645000 04500। ਠੀਕ ਹੈ, ਤਾਂ ਤੁਸੀਂ ਇਸ ਤੇ ਵੀ ਤੁਹਾਨੂੰ ਕਾਲ ਕਰ ਸਕਦੇ ਹੋ। ਇਫ ਯੂ ਫੇਸ ਐਨੀ ਇਸ਼ੂ ਵਿਲ ਬੀ ਦੇयर ਟੂ ਹੈਲਪ ਯੂ। ਠੀਕ ਹੈ ਜੀ, ਅੱਜ ਦੀ ਡਿਸਕਸ਼ਨ ਸ਼ੁਰੂ ਕਰਦੇ ਆ। ਬਹੁਤ ਸਾਰੇ ਟੌਪਿਕਸ ਹੈ, ਓਬਵੀਅਸਲੀ ਇੰਨੇ ਦਿਨਾਂ ਦੇ ਆਪਾਂ ਇਕੱਠੇ ਕਰ ਰਹੇ ਹਾਂ। ਠੀਕ ਹੈ, ਇੱਕ ਟੌਪਿਕ ਮੈਂ ਇੱਥੇ ਇੰਡੈਕਸ ਨਹੀਂ ਡਿਸਕਸ ਕਰ ਰਹੀ, ਤੁਸੀਂ ਡਿਟੇਲ ਚ ਪੜ੍ਹ ਲਿਓ ਬਟ ਆਈ ਹੈਵ ਸ਼ੋਨ ਕਿ ਕਿਸ ਤਰੀਕੇ ਨਾਲ ਆਪਣੀ ਡਿਸਕਸ਼ਨ ਚੱਲੇਗੀ। ਐਗਰੀਕਲਚਰ ਦੇ ਟੌਪਿਕਸ, ਗਵਰਨੈਂਸ ਨਾਲ ਰਿਲੇਟਡ ਟੌਪਿਕਸ, ਡਾਇਸਪੋਰਾ ਨਾਲ ਰਿਲੇਟਡ ਇੰਪੋਰਟੈਂਟ ਟੂ ਡਿਸਕਸ਼ਨਸ, ਅਵਾਰਡਸ ਜਿਹੜੇ ਨਿਊਜ਼ 'ਚ ਹੈ ਉਹਨਾਂ ਨੂੰ ਡਿਸਕਸ ਕਰ ਲਾਂਗੇ। ਇਨਵਾਇਰਮੈਂਟ ਤੇ ਪਾਰਲੀਮੈਂਟਰੀ ਕਮੇਟੀ ਦੀ ਰਿਪੋਰਟ ਹੈ ਉਹਨੂੰ ਡਿਟੇਲ 'ਚ ਦੇਖਾਂਗੇ, ਵੈਰੀ ਇੰਪੋਰਟੈਂਟ ਫॉर ਆਰ ਮੇਨਸ ਐਂਡ ਐਸੇ। ਦੈਨ ਪੰਜਾਬ ਦੇ ਨਾਲ ਰਿਲੇਟਡ ਕੁਝ ਕਰੰਟ ਅਫੇਅਰਸ ਹੈ ਜਿਸ 'ਚੋਂ ਪ੍ਰੀਲਿਮਸ 'ਚ ਕੁਐਸਚਨ ਆ ਸਕਦੇ ਆ, ਸੋ ਇਟ ਇਜ਼ ਇੰਪੋਰਟੈਂਟ ਫॉर दैट पर्सपेक्टिव। ਨੈਸ਼ਨਲ ਲੈਵਲ ਦਾ ਕਰੰਟ ਅਫੇਅਰ ਦੀ ਨਿਊਜ਼ ਹੈ, ਅਗੇਨ ਪ੍ਰੀਲਿਮਸ ਲਈ ਬਹੁਤ ਇੰਪੋਰਟੈਂਟ ਹੈ। ਫਾਈਨਲੀ ਪੋਲਿਟੀ ਤੇ ਆਈਆਰ ਦੇ ਬਹੁਤ ਇੰਪੋਰਟੈਂਟ ਟੌਪਿਕ ਜਿਸ 'ਚ ਮੇਨ 'ਚ ਤੁਸੀਂ ਬਹੁਤ ਅੱਛਾ ਕੰਟੈਂਟ ਯੂਜ਼ ਕਰ ਸਕਦੇ ਹੋ ਤੇ ਆਪਣੇ ਆਨਸਰਸ 'ਚ ਲਿਖ ਸਕਦੇ ਹੋ। ਠੀਕ ਹੈ, ਸੋ ਇਸੀलिए डिटेल्ड डिस्कशन ਆਪਾਂ ਸ਼ੁਰੂ ਕਰਦੇ ਹਾਂ। ਤੁਸੀਂ ਪੌਜ਼ ਕਰਕੇ ਇੰਡੈਕਸ ਪੜ੍ਹ ਸਕਦੇ ਹੋ ਇਫ ਯੂ ਆਰ ਵਿਲਿੰਗ ਟੂ। ਠੀਕ ਹੈ, ਲੈਟਸ ਸਟਾਰਟ ਵਿਦ ਆਰ ਫਰਸਟ ਟੌਪਿਕ। ਸੋ ਫਰਸਟ ਟੌਪਿਕ ਕਿਸ ਚੀਜ਼ ਬਾਰੇ ਗੱਲ ਕਰ ਰਿਹਾ ਹੈ? ਐਗਰੀਕਲਚਰ ਲੋਨਸ ਦੇ ਬਾਰੇ। ਠੀਕ ਹੈ, ਤੁਹਾਨੂੰ ਸਭ ਨੂੰ ਪਤਾ ਹੈ ਕਿਸਾਨ ਨੇ ਜਦੋਂ ਖੇਤੀ ਕਰਨੀ ਹੁੰਦੀ ਹੈ ਉਹਨਾਂ ਨੂੰ ਲੋਨ ਜਾਂ ਕ੍ਰੈਡਿਟ ਜਿਹੜਾ ਹੈ ਉਹ ਲੈਣਾ ਪੈਂਦਾ ਹੈ ਡਿਫਰੈਂਟ ਰੀਜ਼ਨਸ ਕਰਕੇ। ਦੇ ਵਾਂਟ ਟੂ ਬਾਈ ਸਮ ਐਗਰੀਕਲਚਰਲ ਇਕਵਿਪਮੈਂਟਸ, ਉਹਨਾਂ ਨੇ ਕੁਛ ਫਰਟੀਲਾਈਜ਼ਰਸ ਖਰੀਦਣੇ ਹੈ or they want to buy seeds, they may not have the initial capital that is required। ਸਪੈਸ਼ਲੀ ਜਿਹੜੇ ਸਮਾਲ ਤੇ ਮਾਰਜਨਲ ਫਾਰਮਰਸ ਹੁੰਦੇ ਆ ਉਹਨਾਂ ਕੋਲ ਇੰਨੀ ਕੈਪੀਟਲ ਨਹੀਂ ਹੁੰਦੀ, ਆਈ ਚਲਾਈ ਹੀ ਜ਼ਿਆਦਾਤਰ ਹੁੰਦੀ ਹੈ। ਜਿੰਨਾ ਕੋ ਕਮਾਉਂਦੇ ਹੈ ਉਹਨਾਂ ਦਾ ਲੱਗ ਜਾਂਦਾ ਹੈ ਤਾਂ ਅਗਲੇ ਸੀਜ਼ਨ ਵਿੱਚ ਖੇਤੀ ਕਰਨ ਵੇਲੇ ਉਹਨਾਂ ਕੋਲ ਇੰਨੀ ਸੇਵਡ ਕੈਪੀਟਲ ਨਹੀਂ ਹੁੰਦੀ, ਤਾਂ ਇਸੇ ਲਈ ਉਹ ਲੋਨਸ ਲੈਂਦੇ ਆ। ਰਾਈਟ, ਇਹ ਲੋਨਸ ਫੈਸਿਲਿਟੇਟ ਕਰਨ ਲਈ ਸਰਕਾਰ ਨੇ ਕਿਸਾਨ ਕ੍ਰੈਡਿਟ ਕਾਰਡ ਸਕੀਮ ਲਾਂਚ ਕੀਤੀ ਹੋਈ ਹੈ। ਕਿਸਾਨ ਨੂੰ ਕ੍ਰੈਡਿਟ ਕਾਰਡ ਮਿਲ ਜਾਂਦਾ ਹੈ, ਕਹਿਣ ਦਾ ਮਤਲਬ ਹੈ ਜਿਵੇਂ ਆਪਾਂ ਕ੍ਰੈਡਿਟ ਕਾਰਡਸ ਯੂਜ਼ ਕਰਦੇ ਆ ਇਹ ਵੀ ਪਹਿਲਾਂ ਵਿਡਰਾਅ ਕਰ ਸਕਦੇ ਆ ਪੈਸੇ ਕ੍ਰੈਡਿਟ ਕਾਰਡ 'ਚ, ਬਾਅਦ 'ਚ ਇਹਨਾਂ ਨੂੰ ਬਿੱਲ ਪੇ ਕਰਨਾ ਹੁੰਦਾ, ਸਮਥਿੰਗ ਲਾਈਕ ਦੈਟ।
ਅਗਰ ਇਹ ਟਾਈਮਲੀ ਪੇ ਕਰਦੇ ਆ ਤਾਂ ਇਹਨਾਂ ਨੂੰ ਇੰਟਰਸਟ ਘੱਟ ਵੀ ਦੇਣਾ ਪੈਂਦਾ ਹੈ, ਬਟ ਅਗਰ ਡੀਲੇ ਕਰਨਗੇ ਤਾਂ ਜ਼ਿਆਦਾ ਇੰਟਰਸਟ ਪੇ ਕਰਨਾ ਪੈਂਦਾ ਹੈ, ਰਾਈਟ। ਹੁਣ ਇਹ KCC ਸਕੀਮ ਦਾ ਹੀ ਡਾਟਾ ਗਵਰਨਮੈਂਟ ਆਪਣੇ ਸਾਹਮਣੇ ਪ੍ਰੈਜ਼ੈਂਟ ਕਰ ਰਹੀ ਹੈ ਟੂ ਸ਼ੋਕੇਸ ਕਿ ਕਿੰਨਾ ਜ਼ਿਆਦਾ ਆਊਟਸਟੈਂਡਿੰਗ ਲੋਨ ਹੈ, ਕਿੰਨਾ ਕਿਸਾਨਾਂ ਦੇ ਉੱਤੇ ਲੋਨ ਹੈ ਤੇ ਉਹ ਰੀਪੇ ਨਹੀਂ ਕਰ ਪਾ ਰਹੇ ਹੈ, ਠੀਕ ਹੈ। ਸੋ ਅਗਰ ਸਟੇਟ ਵਾਈਜ਼ ਮੈਜਰ ਕੀਤਾ ਜਾਵੇ, ਪੰਜਾਬ ਇਜ਼ ਦਾ ਸਟੇਟ ਜਿਸ 'ਚ ਸਾਰਿਆਂ ਨਾਲੋਂ ਜ਼ਿਆਦਾ ਲੋਨ ਦਾ ਬਰਡਨ ਹੈ, ਕਿਸਾਨ ਜਿਹੜਾ ਹੈ ਲੋਨ ਨਹੀਂ ਚੁਕਾ ਪਾ ਰਿਹਾ ਹੈ। ਸੋ ਹੇਅਰ ਯੂ ਸੀ ਦਿਸ ਇੰਟਾਇਰ ਟੇਬਲ, ਪੰਜਾਬ ਇਜ਼ ਐਟ ਦ ਟੋਪ which has the largest outstanding loan at 55,428 crore rupees total। ਅਗਰ ਤੁਸੀਂ ਦੇਖੋ ਇੰਨਾ ਲੋਨ ਜਿਹੜਾ ਹੈ ਉਹ ਚੱਕਿਆ ਹੋਇਆ ਹੈ ਪੰਜਾਬ ਦੇ ਫਾਰਮਰਸ ਦਾ, ਜਿਹੜਾ ਉਹ ਰੀਪੇ ਨਹੀਂ ਕਰ ਪਾਏ ਨੇ, ਠੀਕ ਹੈ, ਰੀਪੇ ਨਹੀਂ ਕਰ ਪਾਇਆ ਆਊਟਸਟੈਂਡਿੰਗ ਲੋਨ, ਠੀਕ ਹੈ। ਪਰ ਫਾਰਮਰ ਦੇਖੋ ਅਗਰ ਪੰਜਾਬ ਵਿੱਚ ਇਹ 2.5 ਲੱਖ ਦੇ ਅਰਾਊਂਡ ਬਣਦਾ ਹੈ, ਮਤਲਬ ਹਰ ਫਾਰਮਰ ਦੇ ਉੱਤੇ ਇੰਨਾ ਕਰਜ਼ਾ ਜ਼ਰੂਰ ਹੈ, 2.5 ਲੱਖ ਦੇ ਅਰਾਊਂਡ ਕਰਜ਼ਾ ਹਰ ਫਾਰਮਰ ਤੇ ਹੈ, ਠੀਕ ਹੈ। ਸੈਕਿੰਡ ਅਗਰ ਤੁਸੀਂ ਦੇਖੋ ਹਰਿਆਣਾ ਵੀ ਕੋਈ ਜ਼ਿਆਦਾ ਪਿੱਛੇ ਨਹੀਂ ਹੈ, ਹਰਿਆਣਾ ਦੇ ਵੀ ਸਿਮਿਲਰ ਜੇ ਨੰਬਰ ਆਪਾਂ ਦੇਖ ਸਕਦੇ ਹਾਂ, ਠੀਕ ਹੈ। ਸੋ ਨਾਓ ਹੁਣ ਇਹ ਸਾਰਾ ਟੇਬਲ ਤਾਂ ਨਹੀਂ ਆਪਾਂ ਯਾਦ ਕਰਨਾ, ਜਸਟ ਰਿਮੈਂਬਰ ਪੰਜਾਬ ਦਾ ਡਾਟਾ, ਯੂ ਕੈਨ ਰਿਮੈਂਬਰ ਹਰਿਆਣਾ ਦਾ ਡਾਟਾ ਆਲਸੋ। ਇਹ ਆਪਾਂ ਨੂੰ ਆਨਸਰਸ ਤੇ ਐਸੇਸ 'ਚ ਕਾਫੀ ਕੰਮ ਕਰਦਾ ਹੈ, ਠੀਕ ਹੈ। ਹਮੇਸ਼ਾ ਯਾਦ ਰੱਖੋ ਮੈਂ ਹਰ ਡਿਸਕਸ਼ਨ 'ਚ ਤੁਹਾਨੂੰ ਬਹੁਤ ਸਾਰੇ ਡਾਟਾ ਕੇਸ ਸਟੱਡੀਜ਼ ਵਗੈਰਾ ਦਿੰਨੀ ਹੈ, ਥੀਸ ਆਰ ਵੈਰੀ ਇੰਪੋਰਟੈਂਟ। ਤੁਸੀਂ ਕਿਸੇ ਵੀ ਟੌਪਰ ਦਾ ਇੰਟਰਵਿਊ ਸੁਣ ਲਓ, ਤੁਸੀਂ ਮੇਰੀ ਆਨਸਰ ਸ਼ੀਟਸ ਦੇਖ ਲਓ, ਯੂ ਵਿਲ ਗੈਟ ਟੂ ਨੋ ਕਿ ਕਿੰਨੇ ਹੀ ਹੰਡਰਡਸ ਦੇ ਨੰਬਰ 'ਚ ਆਪਾਂ ਨੂੰ ਡਾਟਾ ਯਾਦ ਕਰਨੇ ਪੈਂਦੇ ਆ, 700-800 ਡਾਟਾ ਫਿਗਰਸ ਆਪਾਂ ਨੂੰ ਯਾਦ ਕਰਨੀਆਂ ਪੈਂਦੀਆਂ ਐਟਲੀਸਟ ਟੂ ਰਾਈਟ ਵੈਰੀ ਗੁੱਡ ਆਨਸਰਸ, ਠੀਕ ਹੈ। ਕਿਸੇ ਤੇ ਕੁਐਸਚਨ ਆਉਂਦਾ ਹੈ, ਕਿਸੇ ਤੇ ਨਹੀਂ ਆਉਂਦਾ, ਬਟ ਵੀ ਹੈਵ ਟੂ ਲਰਨ ਦ ਡਾਟਾ, ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿਹੜਾ ਕੁਐਸਚਨ ਆਉਣੇ ਵਾਲਾ ਹੈ, ਠੀਕ ਹੈ। ਸੋ ਦੈਟ ਇਜ਼ ਵਾਈ ਲਰਨ ਦਿਸ ਡਾਟਾ। ਐਗਰੀਕਲਚਰ ਤੇ ਇੱਕ ਕੁਐਸਚਨ ਜਾਂ ਐਸੇ ਤਾਂ ਆਣਾ ਹੀ ਹੈ ਪੰਜਾਬ ਵਿੱਚ, ਸੋ ਐਟਲੀਸਟ ਆਪਾਂ ਨੂੰ ਕੁਛ ਤਾਂ ਹੋਵੇ ਆਪਾਂ ਨੂੰ ਲਿਖਣ ਲਈ, ठीक है। सो ये लोन्स का डाटा लिखो whenever you are saying कि फार्मर बहुत burdened है पंजाब विच अपने इंडिया विच, you can use this data to support your argument कि पंजाब दे फार्मर किवें burdened है। see, this is the huge amount of loan that is pending over there, that is how you can use this data, ठीक है। सेकंड अगेन एग्रीकल्चर ਨਾਲ रिलेटेड ही डाटा आया है, अगेन वेरी इंपॉर्टेंट। दिस इज अबाउट फर्टिलाइजर कंजम्पशन। फर्टिलाइजर कंजम्पशन पंजाब च या अदर स्टेट्स च किस लेवल ते है, दिस डाटा इज शोइंग अस, ठीक है। बहुत ही इंपॉर्टेंट डाटा है, बहुत अच्छे तरीके नाल तुसी यूज कर सकते हो। सो इस डाटा ने भी यही शो किया है कि लार्जेस्ट कंजम्पशन ऑफ फर्टिलाइजर्स केड़ी स्टेट च है, पंजाब विच। पंजाब टॉपर है इस च भी, लोन्स च भी, आउटस्टैंडिंग लोन्स च भी एंड फर्टिलाइजर कंजम्पशन च भी। सेकंड नंबर ते आंदा है हरियाणा, सेम दोनों स्टेट का हाल ऑलमोस्ट सेम ही है, ठीक है। सो अगर तुसी फर्टिलाइजर कंजम्पशन हुन आपां देखिए तां यूरिया कंजम्पशन जिहड़ी है पंजाब विच, यूरिया क्या हर तरीके दी फर्टिलाइजर कंजम्पशन पंजाब विच हर साल वध रही है अकॉर्डिंग टू दिस डाटा। अगर यूरिया कंजम्पशन ही आपां देखना होवे तां ओह ऑलमोस्ट 28 लाख मिलियन टन तो वध के 29.2 लाख मिलियन टन हो गया है विद इन 1 ईयर, राइट। सिग्निफिकेंट इंक्रीज है, बहुत ज्यादा इशू है फर्टिलाइजर ओवर यूज का, ठीक है। फर्टिलाइजर रन ऑफ भी ਹੁੰਦਾ ਹੈ, ਸਾਡੇ ਵਾਟਰ ਨੂੰ ਖਰਾਬ ਕਰਦਾ ਹੈ, ਸੋਇਲ ਨੂੰ ਖਰਾਬ ਕਰਦਾ ਹੈ, ਸਾਡੀ ਕ੍ਰੌਪਸ ਇਟਸੈਲਫ ਦੇ ਆਰ ਬਿਕਮਿੰਗ ਇੰਟੌਕਸੀਕੈਂਟ ਨਾਲ ਭਰੀਆਂ ਹੋਈਆਂ, ਰਾਈਟ। ਸੋ ਇਹ ਦੇਖ ਸਕਦੇ ਹੋ। ਉਸ ਤੋਂ ਬਾਅਦ ਐਨਪੀਕੇ ਕੰਜ਼ੰਪਸ਼ਨ ਵੀ ਦੇਖੋ, ਉਹ ਵੀ ਕਾਫੀ ਜ਼ਿਆਦਾ ਵਧੀ ਹੈ ਪਿਛਲੇ ਸਾਲ ਦੇ ਵਿੱਚ, ਇੱਕ ਈਅਰ ਦੇ ਪੀਰੀਅਡ ਵਿੱਚ 0.76 ਲੱਖ ਮਿਲੀਅਨ ਟਨ ਤੋਂ ਇਹ 1.7 ਲੱਖ ਮਿਲੀਅਨ ਟਨ ਹੋ, ਰਾਈਟ। ਇਸੇ ਲਈ ਇਹ ਕਾਫੀ ਕੰਸਰਨਿੰਗ ਆਪਣੇ ਲਈ ਫਿਗਰ ਹੈ। ਫਰਟੀਲਾਈਜ਼ਰ ਦਾ ਓਵਰ ਯੂਜ਼ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ ਇੰਡੀਆ ਦੀ ਖੇਤੀ ਵਿੱਚ, ਸਪੈਸ਼ਲੀ ਪੰਜਾਬ ਵਿੱਚ, ਠੀਕ ਹੈ। ਸੋ ਇਹ ਥੋੜਾ ਆਪਾਂ ਲਿਖ ਕੇ ਰੱਖਣਾ ਅਗੇਨ ਡਾਟਾ ਵੈਨਐਵਰ ਯੂ ਆਰ ਟ੍ਰਾਈਂਗ ਟੂ ਮੇਕ ਅ ਪੁਆਇੰਟ ਇਨ ਯੋਰ ਆਨਸਰਸ ਕਿ ਫਰਟੀਲਾਈਜ਼ਰਸ ਜਿਹੜੇ ਆ ਬੈਲੈਂਸਡ ਵੇ ਵਿੱਚ ਯੂਜ਼ ਹੋਣੇ ਚਾਹੀਦੇ ਹੈ, ਇੰਨਾ ਕੈਮੀਕਲ ਤੇ ਓਵਰ ਡਿਪੈਂਡੈਂਸ ਨਹੀਂ ਹੋਣੀ ਚਾਹੀਦੀ। ਦੇਅਰ ਯੂ ਕੈਨ ਯੂਜ਼ ਦਿਸ ਡਾਟਾ ਟੂ ਸ਼ੋਕੇਸ ਕਿ ਕਿਵੇਂ ਫਰਟੀਲਾਈਜ਼ਰਸ ਦਾ ਯੂਜ਼ ਹਰ ਸਾਲ ਵੱਧ ਰਿਹਾ ਹੈ, ਰਾਈਟ। that is how you will use it। ਇਹ ਤੋਂ ਜ਼ਿਆਦਾ ਜਿਹੜਾ ਇਸ 'ਚ ਡਾਟਾ ਲਿਖਿਆ ਉਹ ਸਭ ਕਰਨ ਦੀ ਲੋੜ ਨਹੀਂ ਹੈਗੀ, ਇੰਨਾ ਆਪਾਂ ਨੂੰ ਯਾਦ ਵੀ ਨਹੀਂ ਰਹਿੰਦਾ, ਬਟ this you should remember, ਰਾਈਟ। ਇਸ ਤੋਂ ਬਾਅਦ ਨੈਕਸਟ ਨਿਊਜ਼, ਸੋ ਪੰਜਾਬ ਗਵਰਨਮੈਂਟ, ਆਪ ਗਵਰਨਮੈਂਟ ਹੋਲਡ ਹੋ ਰਹੀ ਹੈ ਪੰਜਾਬ ਵਿੱਚ। ਤੁਹਾਨੂੰ ਪਤਾ ਹੈ ਇਹਨਾਂ ਨੇ ਦਿੱਲੀ 'ਚ ਵੀ ਪਹਿਲਾਂ ਸਰਵਿਸ ਐਟ योर डोर स्टेप ਸਕੀਮ ਚਲਾਈ ਸੀ, ਠੀਕ ਹੈ, ਸਰਕਾਰ ਆਪਕੇ ਦੁਆਰ ਸਕੀਮ ਚਲਾਈ ਸੀ। ਨਾਓ ਸਿਮਿਲਰ ਪ੍ਰੋਗਰਾਮ ਦੇ ਆਰ ਟ੍ਰਾਈਂਗ ਟੂ ਰਨ ਇਨ ਪੰਜਾਬ, ਜਿਹਦਾ ਨਾਮ ਹੋਏਗਾ ਸਰਕਾਰ ਤੁਹਾਡੇ ਦੁਆਰ ਸਕੀਮ। ਇਹਦਾ ਮਤਲਬ ਕਿਆ ਹੈ, ਅਸੀਂ 43
ਗਵਰਨਮੈਂਟ ਦੀਆਂ ਸਰਵਿਸਿਜ਼ ਜਿਹੜੀਆਂ ਹੈ ਆਪਦੇ ਡੋਰ ਸਟੈਪਸ ਤੇ ਅਵੇਲ ਕਰ ਸਕਦੇ ਹੈ। ਦੈਟ ਮੀਨਸ ਲੈਟਸ ਸੇ ਸਾਨੂੰ ਬਰਥ ਸਰਟੀਫਿਕੇਟ ਚਾਹੀਦਾ ਆਪਦੇ ਬੱਚੇ ਦਾ, ਸਾਨੂੰ ਇਲੈਕਟ੍ਰਿਸਿਟੀ ਬਿੱਲ ਪੇਮੈਂਟ ਕਰਨੀ ਹੈ ਅਸੀਂ, ਤਾਂ ਹੁਣ ਸਾਨੂੰ ਸਰਕਾਰ ਕੋਲ ਗਵਰਨਮੈਂਟ ਆਫਿਸਿਸ 'ਚ ਜਾਣ ਦੀ ਲੋੜ ਨਹੀਂ ਪਏਗੀ, ਰਾਈਟ। ਵਾਟ ਵੀ ਹੈਵ ਟੂ ਡੂ ਇਜ਼ we just have to call this number and we have to schedule a call. Okay, so we will be able to get connected with them, and we can ask them to come to our homes and deliver us whatever we require, right? That is what is here, right? That is what is this scheme about. ਇਹਨੂੰ ਤੁਸੀਂ ਪੇਪਰਸ 'ਚ ਯੂਜ਼ ਵੀ ਕਰ ਸਕਦੇ ਹੋ, ਅਦਰਵਾਈਜ਼ ਕੁਐਸਚਨ ਵਗੈਰਾ ਵੀ ਆ ਸਕਦਾ ਹੈ, ਸੋ ਟਰਾਈ ਟੂ ਰਿਮੈਂਬਰ ਇਟ। ਨੈਕਸਟ, ਈਰਾਨ ਵੇਵਸ ਵੀਜ਼ਾ ਰਿਕੁਆਇਰਮੈਂਟਸ ਫॉर ਇੰਡੀਅਨ ਸਿਟੀਜ਼ਨਸ 32 ਅਦਰ ਨੇਸ਼ਨਸ। ਠੀਕ ਹੈ ਜੀ। ਹੁਣ ਦੇਖੋ ਇਹ ਤਾਂ ਈਰਾਨ ਦਾ ਐਫਰਟ ਹੈ, ਈਰਾਨ ਵਾਂਟਸ ਟੂ ਪ੍ਰਮੋਟ ਇਨ ਇਟਸ ਕੰਟਰੀ। ਈਰਾਨ ਚਾਹੁੰਦਾ ਹੈ ਕਿ ਇਰਾਨੋਫੋਬੀਆ ਜਿਹੜਾ ਪੂਰੀ ਦੁਨੀਆ ਵਿੱਚ ਚੱਲਦਾ ਰਹਿੰਦਾ ਹੈ ਉਹਨੂੰ ਵੀ ਘਟਾਇਆ ਜਾ ਸਕੇ, ਟੂਰਿਜ਼ਮ ਨੂੰ ਬੂਸਟ ਕੀਤਾ ਜਾਵੇ, ਈਰਾਨ ਦੀ ਇਕੋਨਮੀ ਜਿਹੜੀ ਆ ਬੂਸਟ ਹੋਵੇ, ਇਸੇ ਲਈ ਇਹ ਵੀਜ਼ਾ ਰਿਕੁਆਇਰਮੈਂਟਸ ਵੇਵ ਕਰ ਰਿਹਾ ਹੈ, ਰਾਈਟ। ਬਟ ਹੁਣ ਤੁਹਾਡੇ ਦਿਮਾਗ 'ਚ ਆ ਰਿਹਾ ਹੋਣਾ, ਅਸੀਂ ਬਹੁਤ ਦਿਨਾਂ ਤੋਂ ਦੇਖ ਰਹੇ ਹਾਂ ਕਿ ਬਹੁਤ ਸਾਰੀ ਕੰਟਰੀਜ਼ ਵੀਜ਼ਾਸ ਵੇਵ ਕਰਦੀਆਂ ਹੈ ਤੇ ਇੰਡੀਆ ਹਮੇਸ਼ਾ ਉਸ 'ਚ ਇਨਕਲੂਡਡ ਹੁੰਦਾ ਹੈ, ਇੰਡੀਅਨਸ ਨੂੰ ਅਲਾਉ ਕਰਦੇ ਆ ਉਹ। ਠੀਕ ਹੈ, ਕੰਟਰੀ ਤਾਂ ਵੇਵ ਕਰ ਰਹੀ ਹੈ ਆਪਦੇ ਏਰੀਆ 'ਚ ਟੂਰਿਜ਼ਮ ਵਧਾਉਣ ਲਈ, ਬਟ ਉਹ ਇੰਡੀਆ ਨੂੰ ਹਮੇਸ਼ਾ ਇਨਕਲੂਡ ਕਿਉਂ ਕਰਦੇ ਆ? ਵਾਈ? ਬਿਕੋਜ਼ ਦੇਰ ਇਜ਼ ਅ ਵੈਰੀ ਬਿਗ ਰੀਜ਼ਨ। ਇੰਡੀਆ 'ਚੋਂ ਜਿਹੜਾ ਆਊਟਬਾਉਂਡ ਟੂਰਿਜ਼ਮ ਹੈ, ਮਤਲਬ ਇੰਡੀਅਨ ਟੂਰਿਸਟ ਜਿਹੜੇ ਦੂਸਰੀ ਕੰਟਰੀਜ਼ ਵਿੱਚ ਜਾ ਰਹੇ ਹੈ, ਉਹ ਬਹੁਤ ਜ਼ਿਆਦਾ ਲਗਾਤਾਰ ਵੱਧ ਰਹੇ ਨੇ। ਅਗਰ ਕਰੰਟਲੀ ਤੁਸੀਂ ਇੱਕ ਮੈਕੈਂਜ਼ੀ ਦੀ ਰਿਪੋਰਟ ਦੇਖੋ, ਅਕੋਰਡਿੰਗ ਟੂ ਦੈਟ 13 ਮਿਲੀਅਨ ਆਊਟਬਾਉਂਡ ਇੰਡੀਅਨ ਟੂਰਿਸਟਸ ਆਰ ਦੇਅਰ ਇਨ 2022। 2022 ਦੇ ਵਿੱਚ 13 ਮਿਲੀਅਨ ਇੰਡੀਅਨਸ ਜਿਹੜੇ ਹੈ ਉਹ ਬਾਹਰਲੇ ਦੇਸ਼ਾਂ ਵਿੱਚ ਟੂਰਿਜ਼ਮ ਪਰਪਸਿਸ ਲਈ ਗਏ ਸੀ। ਠੀਕ ਹੈ, ਤਾਂ ਤੁਸੀਂ ਇਹ ਸਮਝ ਸਕਦੇ ਹੋ ਕਿ ਇੰਡੀਆ ਜਿਹੜਾ ਹੈ ਉਹ ਉਹਨਾਂ ਕੰਟਰੀਜ਼ ਲਈ ਬਹੁਤ ਇੰਪੋਰਟੈਂਟ ਬਣ ਜਾਂਦਾ ਹੈ ਜਿਹੜੇ ਆਪਦੇ ਏਰੀਆ ਵਿੱਚ ਟੂਰਿਜ਼ਮ ਵਧਾਉਣਾ ਚਾਹੁੰਦੇ ਹੈ। ਬਿਕੋਜ਼ ਤੁਸੀਂ ਦੇਖੋ ਵੈਸੇ ਵੀ ਇੰਡੀਆ ਦੀ ਪੋਪੂਲੇਸ਼ਨ ਜਿਹੜੀ ਹੈ ਮੈਕਸਿਮਮ ਹੈ, ਇੰਡੀਆ ਜਿਹੜੀ ਮਿਡਲ ਕਲਾਸ ਹੈ ਜਿਹੜੀ ਇੰਡੀਆ ਵਿੱਚ ਉਹ ਵੀ ਬਹੁਤ ਜ਼ਿਆਦਾ ਵੱਡੀ ਹੈ, ਐਂਡ ਦਿਸ ਮਿਡਲ ਕਲਾਸ ਇਜ਼ ਅਸਪਾਇਰਿੰਗ। ਇਹ ਮਿਡਲ ਕਲਾਸ ਹੁਣ ਸੇਵਿੰਗਸ ਤੋਂ ਹਟ ਕੇ ਜ਼ਿਆਦਾ ਫੋਕਸ ਕਰ ਰਹੀ ਹੈ ਆਪਦੇ ਲਾਈਫ ਸਟਾਈਲਸ, ਆਪਦੀ ਲਾਈਫ ਇੰਜੋਇਮੈਂਟ ਕਾਈਂਡ ਆਫ ਤੁਸੀਂ ਕਹਿ ਸਕਦੇ ਹੋ। ਇਸੀलिए ਤੁਸੀਂ ਦੇਖੋ ਰੈਸਟੋਰੈਂਟਸ, ਮੂਵੀਜ਼, ਟੂਰਿਜ਼ਮ, ਕਲੋਥਿੰਗ, ਇਹ ਵਾਲੇ ਏਰੀਆਜ਼ ਇੰਡੀਆ ਵਿੱਚ ਬਹੁਤ ਗਰੋ ਕਰਨਗੇ ਆਉਣ ਵਾਲੇ ਟਾਈਮ ਵਿੱਚ, ਕਿਉਂਕਿ ਇੰਡੀਆ ਦੇ ਜੋ ਮਿਡਲ ਕਲਾਸ ਹੈ ਉਹ ਕੰਜ਼ੰਪਸ਼ਨ ਤੇ ਹੁਣ ਜ਼ਿਆਦਾ ਫੋਕਸ ਕਰ ਰਹੀ ਹੈ, right? You can see changes in your own behavior, behavioral aspects also। ਪਹਿਲਾਂ ਸਾਡੇ ਜੋ families ਹੁੰਦੀਆਂ ਸੀ they used to save a lot, ਤੇ ਇੰਨੀ spending ਨਹੀਂ ਹੁੰਦੀ ਸੀ, ਬਟ ਟੂਡੇ ਹਰ ਸਾਲ ਦਾ ਅਸੀਂ ਪ੍ਰੋਗਰਾਮ ਬਣਾਉਣਾ ਹੀ ਹੁੰਦਾ ਹੈਗਾ, ਇੱਕ ਇੰਡੀਆ ਦਾ ਟੂਰਿਜ਼ਮ ਵਿਦ ਇਨ ਇੰਡੀਆ, ਇੱਕ ਅਸੀਂ ਜੀ ਬਾਹਰ ਜਾਣਾ ਹੈ। ਦਿਸ ਇਜ਼ ਕਾਈਂਡ ਆਫ ਦੀ ਸਾਈਕੋਲੋਜੀ, ਹੈ ਨਾ। ਅਸੀਂ ਸਾਰੇ ਆਪਦੀ ਇੰਪੋਰਟੈਂਟ ਡੇਟਸ ਨੂੰ ਪ੍ਰੋਪਰਲੀ ਸੈਲੀਬ੍ਰੇਟ ਕਰਦੇ ਆ ਬਾਈ ਗੋਇੰਗ ਆਊਟਸਾਈਡ। ਪਹਿਲਾਂ ਜੋ ਸੀ ਉਹ ਘਰੇ ਹੀ, ਯੂ ਨੋ, ਜਿਵੇਂ ਤੁਸੀਂ ਸਮਝ ਸਕਦੇ ਹੋ, ਆਈ ਮੀਨ ਇਹ ਮਾਈਂਡਸੈਟ 'ਚ ਜਿਹੜਾ ਚੇਂਜ ਆ ਰਿਹਾ ਹੈ, that is what is pushing the Indian consumers outwards also। ਇਹ ਸੋਸਾਇਟੀ ਬੇਸਡ ਕੁਐਸਚਨ ਵੀ ਆ ਜਾਂਦੇ ਹੈ, ਤਾਂ ਇਹ ਐਨਾਲਿਸਿਸ ਦਾ ਧਿਆਨ ਰੱਖਿਆ ਕਰੋ, ਇਹੋ ਜਿਹੇ ਐਨਾਲਿਸਿਸ ਆ ਸਕਦੇ ਨੇ, ਰਾਈਟ। ਸੋ that is why this is being done। ਤੇ ਇਹ ਵੀ ਡਾਟਾ ਲਿਖ ਕੇ ਰੱਖੋ, ਅਗੇਨ ਕਿਤੇ ਵੀ ਯੂਜ਼ ਕਰ ਸਕਦੇ ਹੋ, ਈਰਾਨ ਨਾਲ ਰਿਲੇਟਡ ਇਹਦਾ ਕੋਈ ਸੰਬੰਧ ਨਹੀਂ, but this data point can be used in any of ਬਹੁਤ ਇੰਪੋਰਟੈਂਟ ਡਾਟਾ ਪੁਆਇੰਟ, right? 15 lakh Indian students abroad। Again, diaspora affairs ਤੇ ਇਹ ਡਾਟਾ ਆਇਆ ਹੈ, ਲਿਖ ਕੇ ਰੱਖੋ ਇਹਨੂੰ। ਅਗਰ ਇੰਡੀਆ ਵਿੱਚੋਂ ਤੁਸੀਂ ਸਟੂਡੈਂਟਸ ਦੇਖਣੇ ਹੋਣ, there is estimated, ਰਾਜ ਸਭਾ ਵਿੱਚ ਇਹ ਗਵਰਨਮੈਂਟ ਨੇ ਰਿਪਲਾਈ ਦਿੱਤਾ ਹੈ, ਗਵਰਨਮੈਂਟ ਦਾ ਡਾਟਾ ਹੈ, ਸੋ ਵੀ ਆਰ ਨਾਟ ਮੇਕਿੰਗ ਇਟ ਆਪਦੇ ਕੋਲੋਂ ਹੀ। ਸੋ ਇਹਨੂੰ ਵੀ ਤੁਸੀਂ ਲਿਖ ਕੇ ਰੱਖ ਸਕਦੇ ਹੋ। 15 ਲੱਖ ਤੋਂ ਜ਼ਿਆਦਾ ਇੰਡੀਅਨ ਸਟੂਡੈਂਟਸ ਦੇ ਆਰ ਸਟੱਡਿੰਗ ਇਨ ਦੀ ਫੋਰਨ ਕੰਟਰੀਜ਼। ਠੀਕ ਹੈ, ਅਗਰ ਫੋਰਨ ਕੰਟਰੀਜ਼ ਦੇਖਣੀਆਂ ਹੋਣ ਕਿ ਕਿਸ ਚ ਕਿਹੜੀ ਕੰਟਰੀਜ਼ ਚ ਆਪਾਂ ਜਾ ਰਹੇ ਹਾਂ, US ਇਜ਼ ਦਾ ਲਾਰਜੈਸਟ ਰੈਸੀਪੀਐਂਟ ਆਫ ਇੰਡੀਅਨ ਸਟੂਡੈਂਟਸ, ਉਸ ਤੋਂ ਬਾਅਦ ਕੈਨੇਡਾ। ਠੀਕ ਹੈ, ਕੈਨੇਡਾ ਸਮਝ ਹੀ ਸਕਦੇ ਹੋ ਪੰਜਾਬ ਤੋਂ ਆਊਟਫਲੋ ਬਹੁਤ ਜ਼ਿਆਦਾ ਹੈ। UK, ਆਸਟ੍ਰੇਲੀਆ, ਜਰਮਨੀ, ਰਾਈਟ। ਇਹ ਇੰਪੋਰਟੈਂਟ ਡੈਸਟੀਨੇਸ਼ਨਸ ਹੈ, ਇਹ ਯਾਦ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ, ਆਨਸਰਸ ਚ ਲਿਖ ਸਕਦੇ ਹੋ। ਜਦੋਂ ਇਹਨਾਂ ਕੰਟਰੀਜ਼ ਨਾਲ ਰਿਲੇਸ਼ਨਸ ਲਿਖ ਰਹੇ ਹੋ ਉੱਥੇ ਵੀ ਤੁਸੀਂ ਇਹ ਮੈਂਸ਼ਨ ਕਰ ਸਕਦੇ ਹੋ that let's say India Australia the relations ਲਿਖ ਰਹੇ ਹੋ, you can write Australia is the fourth largest recipient of Indian students, right? ਉਸ ਚ ਵੀ ਰਿਲੇਸ਼ਨ ਦੱਸਣ ਲਈ ਯੂਜ਼ ਕਰ ਸਕਦੇ ਹੋ। ਠੀਕ ਹੈ, ਉਹ ਤੁਹਾਡੇ ਤੇ ਹੈ ਕਿ ਤੁਸੀਂ ਇਹ ਕਿਵੇਂ ਡਾਟਾ ਯੂਜ਼ ਕਰਦੇ ਹੋ, ਬਟ ਇਹ ਹੈਲਪ ਬਹੁਤ ਕਰੇਗਾ ਐਂਡ ਇਨ ਡਿਫਰੈਂਟ ਵੇਜ਼, ਸਿਰਫ ਇੱਕ ਜਗ੍ਹਾ ਤੇ ਨਹੀਂ। ਠੀਕ ਹੈ, ਸੋ ਇਹ ਡਾਟਾ ਨੂੰ ਵੀ ਯਾਦ ਕਰਨ ਦੀ ਕੋਸ਼ਿਸ਼ ਕਰੋ। ਨਾਓ ਨੈਕਸਟ ਕਰਦੇ ਹਾਂ ਕਰੰਟ ਅਫੇਅਰਸ ਬੇਸਡ ਇਹ ਡਿਸਕਸ਼ਨ ਹੈ, ਡਾਟਾ ਹੈ।
ਸੋ ਇਹਦਾ ਕਿਆ ਹੈ ਕਿ ਇਸ ਪ੍ਰੀਲਿਮਸ ਤੇ ਕੁਐਸਚਨ ਆ ਸਕਦਾ ਹੈ। ਯੂਪੀਐਸਸੀ ਨੇ ਆਲਰੇਡੀ ਇੰਦਰਾ ਪੀਸ ਪ੍ਰਾਈਜ਼ ਤੇ ਇੱਕ ਵਾਰ ਕੁਐਸਚਨ ਪੁੱਛਿਆ ਹੈ, 2017 ਦੇ ਅਰਾਊਂਡ ਪੁੱਛਿਆ ਸੀ। ਅਗੇਨ ਆਪਣੀ ਜਿਹੜੀਆਂ ਆਏ ਹੁਣੇ ਨਿਊਜ਼ 'ਚ ਹੈ ਤਾਂ ਕੁਐਸਚਨ ਦੁਬਾਰਾ ਅਪੀਅਰ ਹੋ ਸਕਦਾ ਹੈ, ਠੀਕ ਹੈ, ਕਿਸੇ ਵੀ ਸਿਵਲ ਸਰਵਿਸਿਜ਼ ਦੇ ਐਗਜ਼ਾਮ ਦੇ ਵਿੱਚ, ਰਾਈਟ। ਸੋ ਲੇਟੈਸਟ ਜਿਹੜਾ ਇੰਦਰਾ ਪੀਸ ਪ੍ਰਾਈਜ਼ ਹੈ ਉਹ ਇਹ ਦੋ ਪਰਸਨੈਲਿਟੀਜ਼ ਨੂੰ ਮਿਲਿਆ ਹੈ। ਇਹਨਾਂ ਦਾ ਨਾਮ ਕਿਆ ਹੈ? ਡੈਨੀਅਲ ਬੈਰਨਬੋਇਮ ਐਂਡ ਅਲੀ ਅਬੂ ਅਵਦ, ਠੀਕ ਹੈ। ਇਹ ਇਸ ਸਾਲ ਦੀ ਪੀਸ ਪ੍ਰਾਈਜ਼ ਦੇ ਵਿਨਰ ਨੇ, ਕਿਉਂਕਿ ਇਹਨਾਂ ਨੇ ਇਜ਼ਰਾਈਲ ਪੈਲਸਤੀਨ ਕਨਫਲਿਕਟ ਦੇ ਨਾਨ ਵਾਇਲੈਂਟ ਰੈਜ਼ੋਲੂਸ਼ਨ ਵਿੱਚ ਕਾਫੀ ਕੰਟਰੀਬਿਊਟ ਕੀਤਾ ਹੈ, ਠੀਕ ਹੈ। ਨਾਓ ਇਹ ਨਾਮ ਤਾਂ ਤੁਸੀਂ ਯਾਦ ਰੱਖਣੇ ਹੀ ਹੈ। ਹੁਣ ਇੰਦਰਾ ਗਾਂਧੀ ਪੀਸ ਪ੍ਰਾਈਜ਼ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਇਹਤੇ ਵੀ ਕੁਐਸਚਨ ਆ ਸਕਦੇ ਹੈ ਕਿ ਇਹਨੂੰ ਇੰਦਰਾ ਪੀਸ ਪ੍ਰਾਈਜ਼ ਵੀ ਕਹਿੰਦੇ ਹੈ, ਇੰਦਰਾ ਗਾਂਧੀ ਪ੍ਰਾਈਜ਼ ਵੀ ਕਹਿੰਦੇ ਹੈ, ਇੰਦਰਾ ਗਾਂਧੀ ਪੀਸ ਪ੍ਰਾਈਜ਼, ਇੰਦਰਾ ਗਾਂਧੀ ਪ੍ਰਾਈਜ਼ ਫॉर ਪੀਸ, ਡਿਸਆਰਮਾਮੈਂਟ ਐਂਡ ਡਿਵੈਲਪਮੈਂਟ, ਇਹ ਇਹਦਾ ਫੁੱਲ ਨੇਮ ਹੈ। ਬੇਸਿਕਲੀ ਜੋ ਵੀ ਲੋਕ ਪੀਸ ਪ੍ਰਮੋਟ ਕਰਦੇ ਹੈ, ਪੀਸਫੁਲ ਲਿਵਿੰਗ ਪ੍ਰਮੋਟ ਕਰਦੇ ਹੈ, ਪੂਰੇ ਵਰਲਡ ਦੇ ਵਿੱਚ ਡਿਵੈਲਪਮੈਂਟ ਤੇ ਜ਼ਿਆਦਾ ਫੋਕਸ ਕਰਦੇ ਹੈ, ਇਕੁਐਲਿਟੀ ਇਹੋ ਜਿਹੀ ਚੀਜ਼ਾਂ ਤੇ ਜੋ ਫੋਕਸ ਕਰਦੇ ਹੈ, ਉਹ ਇਸ ਖਿਤਾਬ ਨੂੰ ਪਾ ਸਕਦੇ, ਰਾਈਟ। ਹੁਣ ਇਹ ਖਿਤਾਬ ਜਿਹੜਾ ਹੈ ਐਨੂਅਲੀ ਡਿਕਲੇਅਰ ਹੁੰਦਾ ਹੈ, ਹਰ ਸਾਲ ਡਿਕਲੇਅਰ ਕੀਤਾ ਜਾਂਦਾ ਹੈ। ਡਿਕਲੇਅਰ ਕੌਣ ਕਰਦਾ ਹੈ? ਇੰਦਰਾ ਗਾਂਧੀ ਮੈਮੋਰੀਅਲ ਟਰਸਟ ਬਣਿਆ ਹੋਇਆ ਹੈ ਆਪਣੇ, ਉਹ ਡਿਸਾਈਡ ਕਰਦੇ ਹੈ ਕਿ ਇਹ ਅਵਾਰਡ ਕਿਹਨੂੰ ਜਾਏਗਾ, ਰਾਈਟ। ਇਹ ਇੰਡੀਵਿਜੂਅਲਸ ਨੂੰ ਵੀ ਦਿੱਤਾ ਜਾ ਸਕਦਾ ਹੈ, ਕਿਸੇ ਆਰਗੇਨਾਈਜੇਸ਼ਨ ਨੂੰ ਵੀ ਦਿੱਤਾ ਜਾ ਸਕਦਾ ਹੈ ਫॉर देयर वर्क टुवर्ड्स पीस, ठीक है। इस अवार्ड के अंदर मिलता क्या क्या है? कैश प्राइज मिलता है 2.5 मिलियन इंडियन रुपीज का, ठीक है, एंड अ साइटेशन इज आल्सो गिवन, राइट। ये डिटेल्स याद रखो, ये बेसिक डिटेल्स से क्वेश्चन आ सकता है। सो दिस व्हाट यू हैव टू रिमेंबर। ਨਾਓ ਨੈਕਸਟ, ਹਿਮਾਲਿਆਸ 'ਚ ਬਹੁਤ ਸਾਰੀ ਟ੍ਰੈਜਡੀਜ਼ ਹੋ ਰਹੀਆਂ ਹੈ, ਤਾਂ ਇੱਕ ਪਾਰਲੀਮੈਂਟਰੀ ਪੈਨਲ ਜਿਹੜਾ ਹੈ ਬਿਠਾਇਆ ਗਿਆ ਟੂ ਸਟੱਡੀ ਦ ਕੰਡੀਸ਼ਨਸ ਇਨ ਹਿਮਾਲਿਆ, ਸਪੈਸ਼ਲੀ ਮੈਲਟਿੰਗ ਗਲੇਸ਼ੀਅਰਸ ਦੀ ਜਿਹੜੀ ਪ੍ਰੋਬਲਮ ਹੈ, ਜਿਹਦੀ ਵਜ੍ਹਾ ਤੋਂ ਫਲੱਡਿੰਗ ਹੋ ਰਹੀ ਹੈ, ਗਲੇਸ਼ੀਅਲ ਲੇਕ ਆਊਟਬਰਸਟ ਹੋ ਰਹੇ ਨੇ, ਉਹਦੇ ਕਰਕੇ ਪਾਰਲੀਮੈਂਟਰੀ ਪੈਨਲ ਜੋ ਹੈ ਗਵਰਨਮੈਂਟ ਨੇ ਬਿਠਾਇਆ, ਆਈ ਮੀਨ। ਐਂਡ ਨਾਓ ਇਹਦੀ ਕੀ ਆਬਜ਼ਰਵੇਸ਼ਨ ਹੈ? ਨਾਓ ਦਿਸ ਪਾਰਲੀਮੈਂਟਰੀ ਪੈਨਲ ਇਜ਼ ਸੇਇੰਗ ਕਿ ਬਲੈਕ ਕਾਰਬਨ ਕਰਕੇ, ਬਲੈਕ ਕਾਰਬਨ ਕਿਆ ਹੈ? ਟੂਟੀ ਮਟੀਰੀਅਲ ਜਿਹੜਾ ਹੈ ਆਪਣੀ ਡੀਜ਼ਲ ਇੰਜਨਸ, ਕੋਲ ਫਾਇਰ ਪਲਾਂਟਸ, ਪਾਵਰ ਪਲਾਂਟਸ ਤੋਂ ਨਿਕਲਦਾ ਹੈ। ਮਤਲਬ ਬੇਸਿਕਲੀ ਜਦੋਂ ਵੀ ਆਪਾਂ ਫੋਸਿਲ ਫਿਊਲ ਬਰਨ ਕਰਦੇ ਹਾਂ, ਐਟ ਦੈਟ ਟਾਈਮ ਜਿਹੜਾ ਅਮਿਟ ਹੁੰਦਾ ਹੈ ਉਹ ਬਲੈਕ ਕਾਰਬਨ ਨਿਕਲਦਾ ਹੈ। ਨਾਓ ਇਹ ਬਲੈਕ ਕਾਰਬਨ ਜਦੋਂ ਆਈਸ ਤੇ ਜਾ ਕੇ ਬੈਠਦਾ ਹੈ, ठीक है, आइस पे जाके बैठता है, it heats up the ice, it creates melting of that ice, right? Melting of ice, that means melting of glacier, and this is what is resulting to various kinds of disasters in, right? So that is what this committee is saying कि जेड़ा fossil fuel burning करके आपा black carbon create कर रहे हैं, that is melting the glaciers, which is in turn creating disasters, like for example तुसी जोशीमठ incident recently ਆਪਾਂ observe ਕੀਤਾ ਸੀ, ਜਾਂ there are many other things that we see, right? So now देखो जोशीमठ ਦੇ multiple ਕਾਰਨ ਸੀ, ਠੀਕ ਹੈ, do not interrelate everything, right? So that is why this commission is saying कि इसीलिए we need to look into the Himachal region, presently क्या gaps ਹੈ ਸਾਡੀ ਮੈਨੇਜਮੈਂਟ ਵਿੱਚ, ਉਹ ਉਹਨਾਂ ਨੇ ਦੱਸਿਆ ਹੈ ਕਿ ਇੱਕ ਤਾਂ ਆਪਾਂ ਕੋਈ ਵੀ ਸਟੱਡੀ ਕੰਡਕਟ ਨਹੀਂ ਕਰ ਰਹੇ ਕਿ ਕਿੱਥੇ ਕਿੰਨੇ ਗਲੇਸ਼ੀਅਰਸ ਦਾ ਲਾਸ ਹੋ ਚੁੱਕਿਆ ਹੈ, ਕਿਹੜੀ ਰੇਟ ਤੇ ਵੀ ਆਰ ਸੀਇੰਗ ਦੀ ਮੈਲਟਿੰਗ ਆਫ ਗਲੇਸ਼ੀਅਰਸ, ਹਾਊ ਦੇ ਆਰ ਇੰਪੈਕਟਿੰਗ ਅਸ ਇਨ ਦ ਫਿਊਚਰ ਔਰ ਨਾਓ। तो स्टडीज कंडक्ट करना बहुत जरूरी है टू बी एबल टू मैनेज, ठीक है। स्टडी इज नोइंग इंफॉर्मेशन, अगर इंफॉर्मेशन हो तो ही आप ग्लेशियर्स ਨੂੰ मैनेज कर पावांगे। तो this report is saying कि there is no such study being conducted by government to study the pattern of loss of glacier, ਠੀਕ ਹੈ। ਦੂਸਰਾ ਇਹ ਕਹਿੰਦਾ ਕਿ ਜਦੋਂ ਡਿਜ਼ਾਸਟਰਸ ਹੁੰਦੇ ਆ, ਆਪਾਂ ਐਨਡੀਆਰਐਫ ਤਾਂ ਜ਼ਰੂਰ ਭੇਜਦੇ ਆ, ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ, ਬਟ ਇਹਦੇ ਕੋਲ ਮਾਡਰਨ ਇਕਵਿਪਮੈਂਟਸ ਨਹੀਂ ਹੈਗੇ। ਅਗਰ ਇਕਵਿਪਮੈਂਟਸ ਨਹੀਂ ਹੋਣਗੇ ਤਾਂ ਕਿਵੇਂ ਰੈਸਕਿਊ ਕਰਨਗੇ, ਰਾਈਟ? ਇਸੇ ਤਰੀਕੇ ਨਾਲ ਦੇ ਡੂ ਨਾਟ ਹੈਵ ਅ ਡੈਡੀਕੇਟਿਡ 에ਅਰਕ੍ਰਾਫਟ ਸਰਵਿਸ, ਠੀਕ ਹੈ, ਦੇ ਹੈਵ ਟੂ ਡਿਪੈਂਡ ਆਈਦਰ ਔਨ 에ਅਰ ਫੋਰਸ ਔਰ ਸਮ ਅਦਰ facility of India to be able to provide air service for rescue operations. Yeah, so this committees might be indicating कि उन्होंने कोल dedicated aircraft, air force भी होनी चाहिए है to be able to perform rescue services. उन्होंने army ते depend नहीं करना चाहिए, maybe, right? So now ਇਹ ਕਮੇਟੀ ਦੀ recommendations क्या है कि ਇਹਦੇ ਲਈ ਆਪਾਂ क्या ਕਰ ਸਕਦੇ ਹਾਂ future 'ਚ। ਤਾਂ ਸਭ ਤੋਂ ਪਹਿਲਾਂ ਤਾਂ studies conduct ਕਰਨੀ ਹੈ, information gathering ਕਰਨੀ ਹੈ, ਤਾਂ ਇਸੇ ਲਈ establish center for glacial research studies and management,
ਸਭ ਤੋਂ ਪਹਿਲਾਂ ਤਾਂ ਸਾਨੂੰ ਗਲੇਸ਼ੀਅਰਸ ਦੇ ਬਾਰੇ ਨੌਲੇਜ ਬਿਲਡ ਕਰਨੀ ਆ ਆਪਾਂ ਨੂੰ, ਕਿ ਇਹ ਕਿਵੇਂ ਲਾਸ ਹੋ ਰਹੇ ਨੇ, ਕਿਸ ਰੇਟ ਤੇ ਇਹਨਾਂ ਦਾ ਲਾਸ ਹੋ ਰਿਹਾ ਹੈ, ਇਹਨੂੰ ਆਪਾਂ ਕਿਵੇਂ ਬੈਟਰ ਮੈਨੇਜ ਕਰ ਸਕਦੇ ਹਾਂ। ਇਹ ਸਭ ਇਨਫੋਰਮੇਸ਼ਨ, ਇਹ ਸਭ ਸਟੱਡੀ, ਇਹ ਸਭ ਰਿਸਰਚ ਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਸੈਂਟਰ ਫॉर ਗਲੇਸ਼ੀਅਰ ਰਿਸਰਚ ਐਂਡ ਸਟੱਡੀ ਆਪਾਂ ਸਟੈਬਲਿਸ਼, ठीक है। सेकंड, कंडक्ट स्टडीज, ठीक है। ऑब्वियसली सेंटर खोल के उस स्टडीज भी कंडक्ट करनी है प्रॉपर ऑन द ग्लेशियर्स, ਰਾਈਟ। ਉਸ ਤੋਂ ਬਾਅਦ ਹਿਮਾਚਲ ਚ ਲੈਂਡ ਯੂਜ਼ ਜਿਹੜਾ ਹੈ ਉਹ ਕਾਫੀ ਬੁਰੇ ਤਰੀਕੇ ਨਾਲ ਹੁੰਦਾ ਹੈ। ਦੇਖੋ ਟੂਰਿਜ਼ਮ ਦਾ ਪ੍ਰੈਸ਼ਰ ਇੰਨਾ ਹੈ, ਕੰਸਟਰਕਸ਼ਨ ਇੰਨਾ ਵੱਧ ਰਿਹਾ ਹੈ, ਡੀਫੋਰੈਸਟੇਸ਼ਨ ਇੰਨੀ ਹੋ ਰਹੀ ਹੈ ਹਿਮਾਚਲ ਚ, ਜਿਹਦੇ ਕਰਕੇ ਉਹਨਾਂ ਦੀ ਸੋਇਲ ਜਿਹੜੀ ਹੈ ਉਹ ਲੂਜ਼ਨ ਹੁੰਦੀ ਹੈ। that is why this Joshimat type of incidents are happening, right? ਥੋੜੇ ਬਹੁਤੇ ਝਟਕੇ ਵੀ ਆਣ ਤਾਂ ਸਭ ਕੁਝ ਗਿਰਨ ਲੱਗ ਜਾਂਦਾ ਹੈ। that is because their land is become very loose and unstable. So, ऐसे ਲਈ frame regulations on land use in Himalayan states and also preserve the green cover. Trees ਜਿਹੜੇ ਆ ਬਹੁਤ ਇੰਪੋਰਟੈਂਟ ਹੈ soil ਨੂੰ ਫੜ ਕੇ ਰੱਖਣ ਲਈ, ਇਹਨਾਂ ਦੀ roots ਜਿਹੜੀਆਂ ਹੈ ਉਹ ਫੜ ਕੇ ਰੱਖਦੀਆਂ ਹੈ soil ਨੂੰ, they make stable soil, stable land structures. So green cover ਅਗਰ ਆਪਾਂ ਕੱਟਦੇ ਰਵਾਂਗੇ again, ठीक है। तो ये रिकमेंडेशंस ते प्रॉब्लम्स लिख के रखो, डिजास्टर मैनेजमेंट दे क्वेश्चंस च, और इवन जोग्राफी दे क्वेश्चंस च हिमालयन रीजन्स लैंडस्लाइड्स वगैरह आ सकता है, उस च तुसी ये सारी रिकमेंडेशंस लिख सकते हो एंड सारी प्रॉब्लम्स लिख सकते हो विद द नेम ऑफ पार्लियामेंट्री पैनल, राइट। सोर्स लिखना बहुत जरूरी है, राइट। पहला भी जेडे आपा डाटा किते हैं उन्हां दा सोर्स भी यू शुड नो। ਇੱਥੇ ਦੇਖੋ ਰਾਜ ਸਭਾ 'ਚ ਇਹ ਡਾਟਾ ਦਿੱਤਾ ਗਿਆ ਹੈ, ਇੱਥੇ ਮੈਕੈਂਜ਼ੀ ਦਾ ਡਾਟਾ ਹੈ ਇਹ, ਠੀਕ ਹੈ। ਇਸ ਤਰੀਕੇ ਨਾਲ ਸਾਰਾ ਡਾਟਾ ਜਿਹੜਾ ਆਪਾਂ ਕਰਦੇ ਆ ਉਹਦਾ ਸੋਰਸ ਪਤਾ ਹੋਣਾ ਚਾਹੀਦਾ, ਰੈਂਡਮਲੀ ਯੂ ਕੈਨ ਨਾਟ ਰਾਈਟ, ਰਾਈਟ। ਨਾਓ ਨੈਕਸਟ ਕਰੰਟ ਅਫੇਅਰ ਬੇਸਡ ਨਿਊਜ਼ ਹੈ, ਪ੍ਰੀਲਿਮਸ 'ਚ ਆ ਸਕਦੀਆਂ ਹੈ, ਮੇਨਸ 'ਚ ਜ਼ਿਆਦਾ ਇਹਨਾਂ ਦੀ ਐਪਲੀਕੇਬਿਲਿਟੀ ਨਹੀਂ ਹੈ। ਤਾਂ ਪੰਜਾਬ ਦਾ ਫਰਸਟ ਟਿਊਲਿਪ ਗਾਰਡਨ ਜਿਹੜਾ ਹੈ ਉਹ ਸੈਟਅਪ ਕੀਤਾ ਜਾ ਰਿਹਾ ਹੈ PAU, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ, ਠੀਕ ਹੈ। ਅਗਰ ਪੁੱਛਿਆ ਜਾਵੇ ਕਿਉਂ ਕੀਤਾ ਜਾ ਰਿਹਾ ਹੈ, ਤਾਂ ਵਨ ਆਫ ਦਾ ਪਰਪਸ ਇਜ਼ ਟੂਰਿਜ਼ਮ, ਠੀਕ ਹੈ। ਤੁਸੀਂ ਦੇਖੋ ਕਸ਼ਮੀਰ ਚ ਬਹੁਤ ਸਾਰੇ ਲੋਕ ਟੂਰਿਜ਼ਮ ਲਈ ਅੱਜ ਕੱਲ ਜਾ ਰਹੇ ਹੈ, ਵਨ ਆਫ देयर ਸਪੈਸ਼ਲਿਟੀਜ਼ ਟਿਊਲਿਪ ਗਾਰਡਨਸ देयर, ਬਹੁਤ ਹੀ ਸੋਹਣੇ ਸੋਹਣੇ ਟਿਊਲਿਪ ਗਾਰਡਨਸ ਹੁੰਦੇ ਹੈ। ਸਿਰਫ ਉੱਥੇ ਹੀ ਨਹੀਂ, ਤੁਸੀਂ ਬਾਹਰਲੇ ਦੇਸ਼ਾਂ ਚ ਦੇਖੋ, ਨੀਦਰਲੈਂਡਸ ਵਗੈਰਾ, देयर ਆਲਸੋ ਥੀਸ ਆਰ ਵੈਰੀ ਪਪੂਲਰ। ਸੋ ਅਸੀਂ ਹੋਲੈਂਡ ਤੋਂ ਹੀ ਇੰਸਪੀਰੇਸ਼ਨ ਲੈ ਕੇ ਉਹਨਾਂ ਤੋਂ ਹੀ ਟਿਊਲਿਪ ਦੇ ਬਲਬਸ ਲੈ ਕੇ ਵੀ ਆਰ ਪਲਾਂਟਿੰਗ them in PAU ਲੁਧਿਆਣਾ, ਰਾਈਟ। ਸੋ ਇਹ ਇਸ ਚ ਕੁਐਸਚਨ ਆ ਸਕਦਾ ਹੈ ਕਿ ਫਰਸਟ ਟਿਊਲਿਪ ਗਾਰਡਨ ਪੰਜਾਬ ਚ ਕਿੱਥੇ ਐਸਟੈਬਲਿਸ਼ ਕੀਤਾ ਗਿਆ, ਲੁਧਿਆਣਾ PAU, ਯਾਦ ਰੱਖਣਾ ਹੈ। ਨਾਓ ਬਲਾਈਟ ਡਿਸੀਜ਼ ਡੈਮੇजेस 70% ਟੋਮੈਟੋ crop in ਪਟਿਆਲਾ, ਰਾਈਟ। ਇਸ ਚ ਕੀ ਇੰਪੋਰਟੈਂਟ ਹੈ, ਬਲਾਈਟ ਡਿਸੀਜ਼, ਜਿਹਤੇ ਕੁਐਸਚਨ ਆ ਸਕਦੇ ਹੈ। ਬਲਾਈਟ ਡਿਸੀਜ਼ ਕਿਆ ਹੁੰਦਾ ਹੈ, ਸਡਨ ਸਿਵੀਅਰ ਯੈਲੋਇੰਗ ਬਰਾਊਨਿੰਗ ਸਪੌਟਸ, ਠੀਕ ਹੈ। ਇਹ ਜੇ ਸਪੌਟਸ ਬਣ ਜਾਂਦੇ ਆ ਕ੍ਰੌਪ ਤੇ, ਰਾਈਟ, ਦਿਸ ਇਜ਼ ਮੇਨਲੀ ਬਲਾਈਟ ਡਿਸੀਜ਼। ਇਹ ਜਾਂ ਤਾਂ ਬੈਕਟੀਰੀਆ ਦੁਆਰਾ ਕੀਤੀ ਜਾਂਦੀ ਹੈ ਜਾਂ ਫੰਗਸ ਇਨਫੈਕਸ਼ਨ ਦੇ ਕਾਰਨ ਇਹ ਹੁੰਦੀ ਹੈ, ਠੀਕ ਹੈ। ਇਹਦੇ ਨਾਲ ਕੀ ਹੁੰਦਾ ਹੈ, ਲੀਵਸ ਡਰਾਈ ਹੋਣ ਲੱਗ ਜਾਂਦੇ ਆ, ਫਲਾਵਰਸ, ਫਰੂਟ, ਸਟੈਮ, ਇਹ ਸਭ ਜਿਹੜੇ ਹੈ ਇਹ ਕਿਸੇ ਨੂੰ ਵੀ ਇੰਪੈਕਟ ਕਰ ਸਕਦੇ ਆ, ਕਿਸੇ ਵੀ ਪਲਾਂਟ ਦੇ ਪਾਰਟ ਨੂੰ, ਰਾਈਟ। ਇਹ ਮੋਇਸਟ ਤੇ ਕੂਲ ਕੰਡੀਸ਼ਨਸ 'ਚ ਬਹੁਤ ਜ਼ਿਆਦਾ ਹੁੰਦੀ ਹੈ, ਇਸੇ ਲਈ ਤੁਸੀਂ ਦੇਖੋ ਹੁਣ ਜਿਹੜਾ ਸਰਦੀ ਦਾ ਮੌਸਮ ਸ਼ੁਰੂ ਹੋਇਆ ਹੈ, ਹੁਣ ਪੰਜਾਬ 'ਚ ਬਲਾਈਟ ਦੇ ਇੰਸੀਡੈਂਟ ਜ਼ਿਆਦਾ ਦਿਖਣਗੇ, ਕਿਉਂਕਿ ਹੁਣ ਮੋਇਸਟ ਪਲੱਸ ਕੂਲ ਕੰਡੀਸ਼ਨਸ ਦੋਨੋਂ ਮਿਲਣਗੀਆਂ ਇਹਨਾਂ ਬੈਕਟੀਰੀਆ, ਇਹਨਾਂ ਫੰਗਾਈ ਨੂੰ ਗਰੋ ਕਰਨ ਲਈ, ਰਾਈਟ। तो ये अपने बहुत ही ज्यादा कमर्शियल क्रॉप्स, प्रोडक्टिव क्रॉप्स ਨੂੰ ਇੰਪੈਕਟ ਕਰਦੀ ਹੈ, ਜਿਵੇਂ ਕਿ ਟੋਮੈਟੋਸ, ਪੋਟੈਟੋਸ, ਐਪਲਸ, ਠੀਕ ਹੈ। ਸੋ ਇਹਨੂੰ ਯਾਦ ਰੱਖਣਾ ਹੈ ਤੇ ਕੁਐਸਚਨ ਆ ਸਕਦਾ ਹੈ, ਬੈਕਟੀਰੀਅਲ ਹੈ, ਫੰਗਲ ਹੈ, ਕਿਹੜੀ ਇਹਦੀ ਕੰਡੀਸ਼ਨ ਹੈ, ਆਲ ਦੈਟ ਸਟਫ। ਇਹਦੇ ਨਾਲ ਰਿਲੇਟਡ ਹੀ ਸੈਕੰਡ ਡਿਸੀਜ਼ ਡਿਸਕਸ ਕਰਦੇ ਹਾਂ, ਪਿੰਕ ਸਟੈਮ ਬੋਰਰ ਹਿਟਸ ਮੁਕਸਰ ਵੀਟ ਕ੍ਰੌਪ, ਰਾਈਟ। ਕ੍ਰੌਪ ਜਿਹੜੀ ਕ੍ਰੌਪ ਨੂੰ ਇੰਪੈਕਟ ਕਰ ਰਹੀਆਂ ਉਹ ਵੀ ਯਾਦ ਰੱਖਣਾ ਹੈ, ਠੀਕ ਹੈ। ਲਾਈਟ ਡਿਸੀਜ਼ ਡੈਮੇजेस ਟੋਮੈਟੋ ਕ੍ਰੌਪ, ਟੋਮੈਟੋ, ਪੋਟੈਟੋ, ਐਪਲਸ, ਐਸਜੀ ਕ੍ਰੌਪਸ ਨੂੰ ਇਹ ਇੰਪੈਕਟ ਕਰ ਰਹੀ ਹੈ। ਪਿੰਕ ਸਟੈਮ ਬੋਰਰ ਵੀਟ ਨੂੰ ਇੰਪੈਕਟ ਕਰ ਰਹੀ ਹੈ। ਮੈਚ ਦੀ ਫੋਲੋਇੰਗ ਚ ਆ ਸਕਦਾ ਹੈ ਕਿਹੜਾ ਡਿਸੀਜ਼ ਕਿਹੜੀ ਕ੍ਰੌਪ ਨੂੰ ਇੰਪੈਕਟ ਕਰ ਰਹੀ ਹੈ। ਤਾਂ ਪਿੰਕ ਸਟੈਮ ਬੋਰਰ ਨੂੰ ਸਿਜ਼ੈਮੀਆ ਇਨਫਰਨਸ ਵੀ ਕਿਹਾ ਜਾਂਦਾ ਹੈ। ਇਹਦੇ ਬਹੁਤ ਸਾਰੇ ਨਾਮ ਹੈ, ਏਸ਼ੀਏਟਿਕ ਪਿੰਕ ਸਟੈਮ ਬੋਰਰ, ਪਿੰਕ ਬੋਰਰ, ਪਿੰਕ ਰਾਈਸ ਬੋਰਰ, ਮਤਲਬ ਇਹ ਰਾਈਸ ਨੂੰ ਵੀ ਇੰਪੈਕਟ ਕਰ ਰਹੀ ਹੈ, ਵੀਟ ਨੂੰ ਵੀ ਇੰਪੈਕਟ ਕਰ ਸਕਦੀ ਹੈ। ਪਰਪਲ ਬੋਰਰ ਵੀ ਕਹਿੰਦੇ ਆ, ਪਰਪਲ ਸਟੈਮ ਬੋਰਰ, ਪਰਪਲ ਸਟੈਮ ਬੋਰਰ, ਇਸ ਤਰੀਕੇ ਨਾਲ ਇਹਦੇ ਵੇਰੀਅਸ ਨਾਮ ਹੈ, ਰਾਈਟ। ਇਹ ਮੋਸਟ ਦੁਆਰਾ ਕੀਤੀ ਜਾਂਦੀ ਹੈ। ਇੰਪੈਕਟ 1856 ਚ ਫਰਸਟ ਟਾਈਮ ਇੰਟਰੋਡਿਊਸ ਹੋਈ ਸੀ ਜਾਂ ਡਿਸਕਵਰ ਹੋਈ ਸੀ ਬਾय ਫ੍ਰਾਂਸਿਸ ਵਾਕਰ। ਹੁਣ ਇਹ ਵੇਰੀਅਸ ਕੰਟਰੀਜ਼ ਚ ਦੇਖੀ ਜਾਂਦੀ ਹੈ, ਪਾਕਿਸਤਾਨ, ਇੰਡੀਆ, ਸ਼੍ਰੀਲੰਕਾ, ਯਾਨੀ ਕਿ ਮੇਨਲੀ ਇੰਡੀਅਨ सबकॉन्टिनेंट ਵਿੱਚ ਕਾਫੀ ਜ਼ਿਆਦਾ ਪ੍ਰੋਮਿਨੈਂਟ, ਰਾਈਟ। ਇਹ ਅਗੇਨ ਯਾਦ ਰੱਖਣੀ ਹੈ, ਕਿਸ ਨੂੰ ਇੰਪੈਕਟ ਕਰ ਰਹੀ ਹੈ, right? Now next,
Bhagwant Mann announces 1125 crore rupee projects। ठीक है जी। डेवलपमेंट ਲਈ ਵਿਕਾਸ ਰੈਲੀ ਕੰਡਕਟ ਕੀਤੀ ਗਈ ਪੰਜਾਬ ਵਿੱਚ ਤੇ ਉਸ ਚ ਕਿਹਾ ਗਿਆ ਕਿ 11 ਯੂ نو 1125 ਰੁਪੀਸ ਦੇ ਜਿਹੜੇ ਕਰੋੜ ਰੁਪੀਸ ਦੇ ਜਿਹੜੇ ਪ੍ਰੋਜੈਕਟਸ ਹੈ ਉਹ ਪੰਜਾਬ ਵਿੱਚ ਲਾਂਚ ਕੀਤੇ ਜਾਣਗੇ। ਦਿਸ ਵਿਲ ਬੀ ਫੋਕਸਡ ਔਨ ਸਟੇਟ ਆਫ ਆਰਟ ਸਕੂਲਸ ਹਸਪੀਟਲਸ ਫੈਸਿਲਿਟੀਜ਼ ਪ੍ਰੋਵਾਈਡ ਕਰਨ 'ਚ ਫੋਕਸ ਕੀਤਾ ਜਾਏਗਾ। ਰਾਈਟ, ਜਸਟ ਨॉर्मल ਇਨਫੋਰਮੇਸ਼ਨ ਲਿਖ ਕੇ ਰੱਖ ਸਕਦੇ ਹੋ। ਇਸ ਤੇ ਅਗਰ ਕੋਈ actual development hoegi, then it will be useful. For now, it is just a piece of commitment that the government has made, not very important. Right? Now, this is national current affair based article. Important hai, the question directly aa sakda hai। PM Modi ne world's largest meditation center has opened ਇੱਥੇ ਵਾਰਾਣਸੀ ਯੂਪੀ ਵਿੱਚ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ established ਕੀਤਾ ਗਿਆ ਐਂਡ ਇਹਦਾ ਨਾਮ ਕਿਆ ਹੈ? ਸਵਰਵੇਦ ਮਹਾਮੰਦਿਰ। ਸਵਰਵੇਦ ਮਹਾਮੰਦਿਰ, ਠੀਕ ਹੈ। ਵਰਲਡਸ ਲਾਰਜੈਸਟ ਮੈਡੀਟੇਸ਼ਨ ਸੈਂਟਰ, ਠੀਕ ਹੈ। ਇਹ ਸਿਰਫ ਫੈਕਚੁਅਲ ਇਨਫੋਰਮੇਸ਼ਨ ਹੈ, ਯਾਦ ਰੱਖਣੀ ਹੈ। ਪ੍ਰੀਲਿਮਸ ਚ ਡਾਇਰੈਕਟ ਕੁਐਸਚਨ ਆ ਸਕਦਾ ਹੈ। right now next, this is very important, is acha data aaya that we can use in our answers। 21,000 judges struggle to clear 5 crore cases in India। right, so a judicial pendency ਜਿਹੜਾ ਆਪਣਾ regular issue ਰਹਿੰਦਾ ਹੈ ਪੂਰੇ ਇੰਡੀਆ ਦੇ ਵਿੱਚ, ਉਹ ਤੇ ਨਵਾਂ ਡਾਟਾ ਆਇਆ ਹੈ that we can use in our answers। ਠੀਕ ਹੈ, ਸੋ ਇਹ ਰਿਪੋਰਟ ਜਿਹੜੀ ਹੈ ਆਪਣੀ ਸੈਂਟਰ ਫॉर ਰਿਸਰਚ ਐਂਡ ਪਲੈਨਿੰਗ ਆਫ ਦੀ ਸੁਪਰੀਮ ਕੋਰਟ ਦੀ ਹੀ ਰਿਸਰਚ ਵਿੰਗ ਹੈ, ਉਹਨੇ ਇਹ ਰਿਪੋਰਟ ਜਿਹੜੀ ਹੈ ਪ੍ਰੈਜ਼ੈਂਟ ਕੀਤੀ ਹੈ। The report's name is State of Judiciary, a report on infrastructure, budgeting, and human resources. Right now, what is this report showing? It is showing the judicial pendency। अगर सुप्रीम कोर्ट च देखो तो तुसी around 80,000 case are pending today as of now। Right, high court च देखो around 62 lakh cases are pending, and district तालुका level ਤੇ ਤੁਸੀਂ ਦੇਖੋ around 4.4 crore cases are pending। okay, so ਵੈਰੀ ਇੰਪੋਰਟੈਂਟ। ਟੋਟਲ ਇੰਡੀਆ ਦੇ ਵਿੱਚ 5 ਕਰੋੜ ਤੋਂ ਵੀ ਜ਼ਿਆਦਾ ਕੇਸਿਸ ਸਾਡੀ ਜੁਡੀਸ਼ਰੀ ਪੈਂਡਿੰਗ ਹੈ। ਰਾਈਟ, ਜੁਡੀਸ਼ੀਅਲ ਪੈਂਡੈਂਸੀ ਜਿਹੜਾ ਹੈ ਬਹੁਤ ਹੀ ਸੀਰੀਅਸ ਇਸ਼ੂ ਹੈ, ਬਿਕੋਜ਼ ਵੀ ਆਰ ਡੀਲੇਇੰਗ ਦ ਜਸਟਿਸ that we have to offer to our ਰਾਈਟ। ਸੋ ਇਹ ਡਾਟਾ ਜਿਹੜਾ ਯਾਦ ਕਰਕੇ ਰੱਖੋ, ਆਪਦੇ ਆਨਸਰ ਚ ਯੂਜ਼ ਕਰ ਸਕਦੇ ਹੋ। ਬਹੁਤ ਹੀ ਈਜ਼ੀ ਤਰੀਕਾ ਹੈ ਇਹਨੂੰ ਯਾਦ ਕਰਨ ਦਾ। ਇਫ ਯੂ ਸੀ ਦ ਨੰਬਰਸ, ਠੀਕ ਹੈ, ਪਹਿਲਾਂ ਤਾਂ 1000 ਲੱਖ ਕਰੋੜ। ਰਾਈਟ, ਇਹ ਤੁਸੀਂ ਯਾਦ ਰੱਖਣਾ ਹੈ। ਇਨ ਅ ਸੀਕੁਐਂਸ ਇਟ ਇਜ਼ ਇਨਕਰੀਜ਼ਿੰਗ। ਰਾਈਟ, ਉਸ ਤੋਂ ਬਾਅਦ ਤੁਸੀਂ ਦੇਖੋ 8 6 4 even numbers in by a difference of 2 in reverse order। right, ਇਸ ਤਰੀਕੇ ਨਾਲ ਯਾਦ ਕਰ ਸਕਦੇ ਹੋ। it is right, ठीक है। so that is how this data is being presented। so अब suggestions क्या ਦਿੱਤੀਆਂ ਜਾ ਰਹੀਆਂ by this report? ਸਭ ਤੋਂ ਪਹਿਲੀ suggestion ਇਹ ਕਹਿ ਰਹੇ ਨੇ ਕਿ judge population ratio ਵਧਾਈ ਜਾਵੇ। right, ਹੁਣ ਦੇਖੋ ਇੰਡੀਆ ਵਿੱਚ ਕਿਆ ਹੈ at present 1 million population ਦੇ ਲਈ we have just 14.2 judges। ਠੀਕ ਹੈ, so obviously ਇੰਨੇ judges ਇੰਨੇ cases ਕਿਵੇਂ ਦੇਖ ਸਕਦੇ ਆ ਇੰਨੇ ਲੋਕਾਂ ਦੇ। right, we have to increase the judge number of judges that we have। so ਇਸੇ ਲਈ law commission ਨੇ ਵੀ ਇਹ recommend ਕੀਤਾ ਸੀ ਕਿ 1 million ਲਈ we should have at least 50 judges। right, ਅਗਰ ਤੁਸੀਂ developed nations, highly developed nations, ਇਸ ਵਗੈਰਾ UK ਵਗੈਰਾ ਦੀ ਗੱਲ ਕਰੋ, they have even more than that। they have a high number of judge population। so ਇਸੇ ਲਈ ਉਹਨਾਂ ਦੀ justice delivery timely ਹੁੰਦੀ ਹੈ, and we have to also make sure। ਠੀਕ ਹੈ, ਕਿਵੇਂ ਕੀਤਾ ਜਾ ਸਕਦਾ ਹੈ? one suggestion that president made in some time back was all India judiciary। right, that is just one way। you have, there are multiple other ways that can be done, increasing the age, more recruitments, that kind of। ਠੀਕ ਹੈ, ਸੈਕਿੰਡ ਇੱਕ ਰਿਪੋਰਟ ਦਾ ਰਿਕਮੈਂਡੇਸ਼ਨ ਹੈ ਕਿ ਜੁਡੀਸ਼ੀਅਲ ਇਨਫਰਾਸਟ੍ਰਕਚਰ ਨੂੰ ਸਾਨੂੰ ਬੈਟਰ ਕਰਨਾ ਚਾਹੀਦਾ ਹੈ। ਰਾਈਟ, ਯੂ ਮਾਈਟ ਹੈਵ ਵਾਚਡ ਲੋਟ ਆਫ ਮੂਵੀਜ਼ that are based on ਜੋਲੀ LLB ਵਗੈਰਾ ਮੂਵੀਜ਼ ਤੁਸੀਂ ਦੇਖੀ ਹੋਣੀ। ਦੇ ਸ਼ੋ that ਆਪਣੀ ਕੋਰਟਸ ਦੀ ਹਾਲਤ ਕਾਫੀ ਖਰਾਬ ਹੈ। they do not have proper space, they do not have digitization of their records। right, ਉਹਨਾਂ ਕੋਲ ਕਾਫੀ ਜ਼ਿਆਦਾ ਜੁਡੀਸ਼ੀਅਲ ਇਨਫਰਾਸਟ੍ਰਕਚਰ ਦੀ ਕਮੀ ਰਹਿੰਦੀ ਹੈ। ਅਗਰ ਤੁਸੀਂ ਕੋਰਟਸ 'ਚ ਜਾਓ, ਬੇਸਿਕ ਫੈਸਿਲਿਟੀਜ਼ ਲਾਈਕ ਵਾਸ਼ਰੂਮਸ ਮਾਈਟ ਆਲਸੋ ਬੀ ਮਿਸਿੰਗ। ਠੀਕ ਹੈ, ਜਦ ਤੱਕ ਪ੍ਰੋਪਰ ਇਨਫਰਾਸਟ੍ਰਕਚਰ ਨਹੀਂ ਹੋਏਗਾ ਜੁਡੀਸ਼ਰੀ ਕੈਨੋਟ ਵਰਕ ਵੈਲ। ਸੋ ਜੁਡੀਸ਼ੀਅਲ ਇਨਫਰਾਸਟ੍ਰਕਚਰ ਤੇ ਫੋਕਸ ਕਰਨਾ ਚਾਹੀਦਾ ਹੈ ਅਕੋਰਡਿੰਗ ਟੂ ਦ ਰਿਪੋਰਟ। ਸੈਕਿੰਡ, ਟ੍ਰਾਇਲ ਮੈਕੈਨਿਜ਼ਮ ਨੂੰ ਮੋਡਰਨਾਈਜ਼ ਕਰੀਏ। ਰਾਈਟ, ਵੀਡੀਓ ਕਾਨਫਰੰਸਿੰਗ ਦੇ ਥਰੂ ਟ੍ਰਾਇਲਸ ਹੋਣ। right, systemization of video recording in computers, automated transcriptions of own translation way, this can help us speeden up the trial process। right,
फोर्थ रिकमेंडेशन ਜਿਹੜੀ ਇਹਨਾਂ ਨੇ ਦਿੱਤੀ ਹੈ ਕਿ ਹਰ ਟ੍ਰਾਇਲ ਦੀ ਕੰਪਲੀਸ਼ਨ ਲਈ ਟਾਈਮਲਾਈਨਸ ਸੈਟਅਪ ਕੀਤੀਆਂ ਜਾਣੀਆਂ ਚਾਹੀਦੀਆਂ ਹੈ ਉਹ ਤਾਰੀਖ पे ਤਾਰੀਖ का ਫਾਰਮੂਲਾ ਨਹੀਂ ਹੋਣਾ ਜਿਹੜਾ ਆਪਾਂ ਫੇਮਸ ਸੁਣਿਆ ਹੈ ਤਾਰੀਖ पे ਤਾਰੀਖ that is adjournments ਬਹੁਤ ਜ਼ਿਆਦਾ ਹੁੰਦੀਆਂ ਹੈ that should be limited and there should be strict timelines that should be set up for each trial to be completed, right? These are the suggestions that you can keep in view. ਇਹ ਤੁਸੀਂ ਇਹ judiciary ਨਾਲ related answers ਕਰ ਸਕਦੇ ਹੋ. This data also in with you. Last news item that we have to discuss today is India Oman adopt a vision document. Right? ਸਭ ਤੋਂ ਪਹਿਲਾਂ ਓਮਾਨ ਦੀ ਲੋਕੇਸ਼ਨ ਤੁਸੀਂ ਦੇਖ ਲਓ ਮਿਡਲ ਈਸਟਰਨ ਬਹੁਤ ਇੰਪੋਰਟੈਂਟ ਕੰਟਰੀ ਹੈ ਰਾਈਟ ਇੰਪੋਰਟੈਂਟ ਇੰਟਰਨੈਸ਼ਨਲ ਪੈਸੇਜ ਦੇ ਹੈਡ ਤੇ ਬੈਠੀ ਹੋਈ ਹੈ ਰਾਈਟ ਇਸੇ ਲਈ ਇੰਡੀਆ ਤੇ ਓਮਾਨ ਦੇ ਰਿਲੇਸ਼ਨਸ ਕਾਫੀ ਇੰਪੋਰਟੈਂਟ ਬਣ ਜਾਂਦੇ ਆ ਇਟ ਹੈਜ਼ ਅ ਸਟ੍ਰੈਟੇਜਿਕ ਲੋਕੇਸ਼ਨ ਰਾਈਟ so this you have to remember that is why India is trying to cooperate with Oman and now they have decided they have adopted a vision document in which they have committed to accelerate bilateral cooperation in 10 key areas and 5 agreements ਵੀ sign ਕੀਤੇ ਗਏ ਨੇ ਕਿਹੜੇ areas ਤੇ they are focusing maritime cooperation space technology ਦੇ area ਵਿੱਚ digital payments India is a you know pioneer of UPI, so everyone wants to adopt that. So there they'll be cooperating health sector, which tourism already I have explained you the logic of tourism that area is being promoted. Disaster management, food security, counter terror, energy cooperation, cricket. Right? ये सारे areas याद करने की कोशिश you do not have to learn them. Just try to see कि केड़े areas च they are focused. Converge, right? 5 agreements ਜਿਹੜੇ sign ਹੋਏ ਹੈ that you can learn. One is on in the area of culture, second IT, then employment, because ਬਹੁਤ ਸਾਰੇ Indians they are going into these countries for employment purposes. ਤਾਂ ਉਹਦੇ ਨਾਲ related agreement ਕੀਤਾ ਗਿਆ ਹੈ, tackling money laundering, and finally setting up a Hindi chair in Oman so far in right? So this is how they have decided to cooperate. Future, they are also working to lay down a comprehensive economic partnership agreement. जितनी जल्दी हो सके, they are trying to sign this agreement ताकि trade जेड़ा है इस जेड़े है उसमें हो सकन. And they have also decided to establish Oman India Joint Investment Fund. ये joint investment fund decide किया गया है जिसपे 50-50 contribution होएगी, right? And this will be used for investments in the Indian economy. ये सारा investment fund ਜਿਹੜਾ ਹੈ ਸਾਰਾ ਪੈਸਾ ਉਹ Indian economy ਨੂੰ ਲਗਾਣਗੇ. Indian economy is a growing economy. ਜਿਹੜਾ ਪੈਸਾ ਤੁਸੀਂ invest ਕਰੋਗੇ that is going to grow. ठीक है? जिਵੇਂ ਆਪਾਂ stock market ਚ invest करते हैं something like that. You are investing your money so that it can grow in future. So यही joint investment fund the two countries will be establishing in which they will be making a 50-50 contribution. Right? This is about this. Iraq law. Briefly, India Arab relations ਤੇ ਜ਼ਿਆਦਾ questions ਬਣਨਗੇ. Individual country that too in Oman may be less likely, but ਕਿਉਂਕਿ ਇਹ current ਚ ਹੈ ਤਾਂ ਆ ਸਕਦਾ ਹੈ. So keep these points in written with you. ਤੁਸੀਂ India Arab ਦੇ answers ਚ ਵੀ ਲਿਖ ਸਕਦੇ ਹੋ. India Oman ਦੇ direct questions ਇਹਦੇ answer. Right? That is all for this discussion. If you have any doubt, any query, you can connect with us on this number, right? If you are preparing for any civil services examination, UPSC, Punjab PSC, SCS, you can get in touch with us on this number. We'll be there to assist. That is all. Thank you for joining.